ਨਿਆਂਇਆਂ ਦੀ ਪੋਥੀ। ਯਾਦ ਰੱਖੋ, ਜਦੋਂ ਯਹੋਸ਼ੂਆ ਨੇ ਇਸਰਾਇਲ ਦੇ ਗੋਤਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿੱਚ ਲਿਆਉਣ ਤੋਂ ਬਾਅਦ ਉਹਨਾਂ ਨੂੰ ਤੁਰੇਤ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਪਰਮੇਸ਼ਵਰ ਨਾਲ ਆਪਣੇ ਨੇਮ ਪ੍ਰਤੀ ਵਫਾਦਾਰ ਰਹਿਣ ਲਈ ਕਿਹਾ, ਅਤੇ ਜੇ ਉਹ ਅਜਿਹਾ ਕਰਦੇ ਹਨ ਤਾਂ ਉਹ ਹੋਰ ਸਾਰੀਆਂ ਕੌਮਾਂ ਨੂੰ ਦਿਖਾਉਣਗੇ ਕਿ ਪਰਮੇਸ਼ਵਰ ਕਿਹੋ ਜਿਹਾ ਹੈ। ਇਸ ਲਈ ਨਿਆਂਇਆਂ ਦਾ ਆਰੰਭ ਯਹੋਸ਼ੂਆ ਦੀ ਮੌਤ ਨਾਲ ਹੋਇਆ, ਅਤੇ ਅਸਲ ਵਿੱਚ ਇਹ ਪੋਥੀ ਇਸਰਾਇਲ ਦੀ ਸੰਪੂਰਨ ਅਸਫਲਤਾ ਦੀ ਕਹਾਣੀ ਦੱਸਦੀ ਹੈ। ਇਸ ਕਿਤਾਬ ਦਾ ਨਾਂ ਉਸ ਸਮੇਂ ਵਿੱਚ ਇਸਰਾਇਲ ਦੇ ਆਗੂਆਂ ਦੀ ਕਿਸਮ ਤੋਂ ਆਉਂਦਾ ਹੈ। ਇਸ ਤੋਂ ਪਹਿਲਾਂ ਕਿ ਉਹਨਾਂ ਦੇ ਕੋਈ ਰਾਜਾ ਹੁੰਦਾ, ਸਾਰੇ ਗੋਤ ਇਹਨਾਂ ਨਿਆਂਇਆਂ ਦੁਆਰਾ ਚਲਾਏ ਜਾਂਦੇ ਸਨ। ਹੁਣ ਕਿਸੇ ਅਦਾਲਤ ਬਾਰੇ ਨਾ ਸੋਚੋ। ਇਹ ਇੱਕ ਕਬੀਲੇ ਦੇ ਸਰਦਾਰ ਦੀ ਤਰ੍ਹਾਂ ਖੇਤਰੀ ਰਾਜਨੀਤਿਕ ਫੌਜੀ ਨੇਤਾ ਸਨ, ਅਤੇ ਤੁਹਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਨਿਆਂਇਆਂ ਦੀ ਕਿਤਾਬ ਬਹੁਤ ਪਰੇਸ਼ਾਨ ਕਰਨ ਵਾਲੀ ਅਤੇ ਹਿੰਸਕ ਹੈ। ਇਹ ਇਸਰਾਇਲ ਦੇ ਨੈਤਿਕ ਭ੍ਰਿਸ਼ਟਾਚਾਰ ਅਤੇ ਇਸ ਦੀ ਬੁਰੀ ਅਗਵਾਈ ਦੀ ਦਰਦਨਾਕ ਕਹਾਣੀ ਦੱਸਦਾ ਹੈ, ਅਤੇ ਮੁੱਢਲੇ ਰੂਪ ਉਹ ਕਨਾਨੀਆਂ ਵਰਗੇ ਕਿਵੇਂ ਹੋ ਗਏ ਸਨ। ਪਰ ਇਹ ਦੁਖਦਾਈ ਕਹਾਣੀ ਭਵਿੱਖ ਲਈ ਉਮੀਦ ਪੈਦਾ ਕਰਨ ਵਾਲੀ ਵੀ ਹੈ, ਅਤੇ ਤੁਸੀਂ ਇਸ ਨੂੰ ਕਿਤਾਬ ਦੀ ਰਚਨਾ ਵੇਖ ਕੇ ਸਮਝ ਸਕਦੇ ਹੋ। ਇੱਥੇ ਇੱਕ ਵੱਡੀ ਜਾਣ ਪਛਾਣ ਹੈ ਜੋ ਇਸਰਾਇਲ ਦੀ ਅਸਫਲਤਾ ਲਈ ਮੰਚ ਨਿਰਧਾਰਿਤ ਕਰਦੀ ਹੈ, ਕਿਉਂਕਿ ਉਹਨਾਂ ਨੇ ਬਾਕੀ ਕਨਾਨੀਆਂ ਨੂੰ ਬਾਹਰ ਨਹੀਂ ਕੱਢਿਆ ਸੀ। ਫਿਰ ਕਿਤਾਬ ਦੇ ਵੱਡੇ ਮੁੱਖ ਭਾਗ ਵਿੱਚ ਇਸਰਾਇਲ ਦੇ ਨਿਆਂਇਆਂ ਦੇ ਵੱਧਦੇ ਭ੍ਰਿਸ਼ਟਾਚਾਰ ਬਾਰੇ ਕਹਾਣੀਆਂ ਹਨ, ਅਤੇ ਇੱਥੇ ਤਰੱਕੀ ਦਰਸਾਉਂਦੀ ਹੈ ਕਿ ਕਿਵੇਂ ਇਸਰਾਇਲ ਦੇ ਆਗੂ ਬਹੁਤ ਚੰਗੇ ਤੋਂ ਠੀਕ ਅਤੇ ਫਿਰ ਬੁਰੇ ਤੋਂ ਬਦਤਰ ਹੁੰਦੇ ਜਾ ਰਹੇ ਹਨ। ਸਮਾਪਤੀ ਭਾਗ ਸੱਚਮੁੱਚ ਪਰੇਸ਼ਾਨ ਕਰਨ ਵਾਲਾ ਹੈ ਅਤੇ ਸਮੁੱਚੇ ਤੌਰ ਤੇ ਇਸਰਾਇਲ ਦੇ ਲੋਕਾਂ ਦੇ ਭ੍ਰਿਸ਼ਟਾਚਾਰ ਨੂੰ ਦਰਸਾਉਂਦਾ ਹੈ। ਤਾਂ ਆਓ ਇਸ ਦੀ ਗਹਿਰਾਈ ਵਿੱਚ ਚੱਲੀਏ ਅਤੇ ਅਸੀਂ ਹਰ ਇੱਕ ਹਿੱਸੇ ਦੀ ਥੋੜੀ ਹੋਰ ਖੋਜ ਕਰੀਏ। ਸ਼ੁਰੂਆਤੀ ਭਾਗ ਇਸਰਾਇਲ ਦੇ ਗੋਤਾਂ ਨਾਲ ਵਾਅਦਾ ਕੀਤੇ ਗਏ ਦੇਸ਼ ਵਿੱਚ ਉਹਨਾਂ ਦੇ ਖੇਤਰਾਂ ਨਾਲ ਸ਼ੁਰੂ ਹੁੰਦਾ ਹੈ। ਜਦੋਂ ਕਿ ਯਹੋਸ਼ੂਆ ਨੇ ਕਨਾਨ ਦੇ ਕੁਝ ਪ੍ਰਮੁੱਖ ਨਗਰਾਂ ਨੂੰ ਹਰਾਇਆ ਸੀ, ਅਜੇ ਵੀ ਬਹੁਤ ਸਾਰੀ ਜ਼ਮੀਨ ਲੈਣੀ ਬਾਕੀ ਸੀ, ਅਤੇ ਉਹਨਾਂ ਖੇਤਰਾਂ ਵਿੱਚ ਬਹੁਤ ਸਾਰੇ ਕਨਾਨੀ ਰਹਿ ਰਹੇ ਸਨ। ਅਤੇ ਇਸ ਲਈ ਅਧਿਆਇ 1 ਕਨਾਨੀ ਸਮੂਹਾਂ ਅਤੇ ਨਗਰਾਂ ਦੀ ਲੰਮੀ ਸੂਚੀ ਦਿੰਦਾ ਹੈ ਜਿਨ੍ਹਾਂ ਨੂੰ ਦੇਸ਼ ਤੋਂ ਬਾਹਰ ਕੱਢਣ ਵਿੱਚ ਇਸਰਾਇਲ ਅਸਫਲ ਰਿਹਾ। ਹੁਣ ਯਾਦ ਰੱਖੋ, ਕਨਾਨੀਆਂ ਨੂੰ ਬਾਹਰ ਕੱਢਣ ਦਾ ਉਦੇਸ਼ ਉਹਨਾਂ ਦੇ ਨੈਤਿਕ ਭ੍ਰਿਸ਼ਟਾਚਾਰ ਅਤੇ ਬੱਚਿਆਂ ਦੀ ਬਲੀ ਦੁਆਰਾ ਦੇਵਤਿਆਂ ਦੀ ਪੂਜਾ ਕਰਨ ਦੇ ਉਹਨਾਂ ਦੇ ਤਰੀਕਿਆਂ ਤੋਂ ਬਚਣਾ ਸੀ। ਪਰਮੇਸ਼ਵਰ ਨੇ ਇਸਰਾਇਲ ਨੂੰ ਪਵਿੱਤਰ ਲੋਕ ਬਣਨ ਲਈ ਬੁਲਾਇਆ ਸੀ, ਪਰ ਇਸ ਤਰ੍ਹਾਂ ਨਹੀਂ ਹੋਇਆ। ਅਧਿਆਇ 2 ਦੱਸਦਾ ਹੈ ਕਿ ਕਿਸ ਤਰ੍ਹਾਂ ਇਸਰਾਇਲੀ ਕਨਾਨੀਆਂ ਦੇ ਨਾਲ-ਨਾਲ ਚੱਲੇ ਅਤੇ ਕਿਸ ਤਰ੍ਹਾਂ ਉਹਨਾਂ ਨੇ ਉੱਥੋਂ ਦੀ ਸੰਸਕ੍ਰਿਤੀ ਅਤੇ ਧਾਰਮਿਕ ਪ੍ਰਥਾਵਾਂ ਨੂੰ ਅਪਣਾ ਲਿਆ, ਅਤੇ ਇੱਥੇ ਹੀ ਕਹਾਣੀ ਸਮਾਪਤ ਹੁੰਦੀ ਹੈ। ਲਗਭਗ ਪੂਰੇ ਅਧਿਆਇ ਦੇ ਲਈ ਲੇਖਕ ਸਾਨੂੰ ਕਿਤਾਬ ਵਿੱਚ ਅੱਗੇ ਹੋਣ ਵਾਲੀ ਗੱਲ ਦੀ ਝਲਕ ਦਿੰਦਾ ਹੈ। ਲੇਖਕ ਦੇ ਅਨੁਸਾਰ ਇਸਰਾਇਲ ਦੇ ਇਤਿਹਾਸ ਦਾ ਭਾਗ ਹੇਠਾਂ ਜਾਣ ਲਈ ਘੁੰਮਣ ਵਾਲਾ ਚੱਕਰ ਹੈ। ਇਸਰਾਇਲ ਕਨਾਨੀਆਂ ਦੀ ਤਰ੍ਹਾਂ ਬਣ ਗਿਆ ਅਤੇ ਉਹ ਪਰਮੇਸ਼ਵਰ ਦੇ ਖਿਲਾਫ ਪਾਪ ਕਰਨ ਲੱਗੇ, ਅਤੇ ਪਰਮੇਸ਼ਵਰ ਇਹ ਹੋਣ ਦੇਵੇਗਾ ਕਿ ਕਨਾਨੀ ਉਹਨਾਂ ਨੂੰ ਹਰਾਉਣ ਅਤੇ ਉਹਨਾਂ ਉੱਤੇ ਜ਼ੁਲਮ ਕਰਨ, ਅਤੇ ਫਿਰ ਇਸਰਾਇਲੀ ਆਪਣੀਆਂ ਗਲਤੀਆਂ ਨੂੰ ਦੇਖ ਕੇ ਤੋਬਾ ਕਰਨ। ਇਸ ਲਈ ਪਰਮੇਸ਼ਵਰ ਇਸਰਾਇਲ ਦੇ ਵਿੱਚੋਂ ਇੱਕ ਛਡਾਉਣ ਵਾਲੇ ਨਿਆਈ ਨੂੰ ਖੜਾ ਕਰਦਾ ਸੀ ਜੋ ਦੁਸ਼ਮਣ ਨੂੰ ਹਰਾ ਕੇ ਸ਼ਾਂਤੀ ਦਾ ਯੁੱਗ ਸਥਾਪਿਤ ਕਰਦਾ ਸੀ। ਪਰ ਉਸ ਤੋਂ ਬਾਅਦ ਇਸਰਾਇਲ ਫਿਰ ਤੋਂ ਪਾਪ ਕਰਦਾ ਸੀ, ਅਤੇ ਇਹ ਸਭ ਫਿਰ ਤੋਂ ਸ਼ੁਰੂ ਹੋ ਜਾਂਦਾ ਸੀ। ਕਿਤਾਬ ਦੇ ਅਗਲੇ ਮੁੱਖ ਭਾਗ ਦੇ ਲਈ ਇਹ ਚੱਕਰ ਸਾਹਿਤਿਕ ਨਮੂਨਾ ਅਤੇ ਵਹਾਓ ਪ੍ਰਦਾਨ ਕਰੇਗਾ। ਇਹ ਉਹਨਾਂ 6 ਮੁੱਖ ਨਿਆਂਇਆਂ ਦੇ ਵਿਖੇ ਬਾਰ-ਬਾਰ ਦੁਹਰਾਇਆ ਜਾਂਦਾ ਹੈ। ਹੁਣ ਪਹਿਲੇ 3 ਨਿਆਂਇਆਂ ਅਥਨੀਏਲ, ehud, ਦਬੋਰਾ ਦੀਆਂ ਕਹਾਣੀਆਂ ਰੋਮਾਂਚਕਾਰੀ ਮਹਾਕਾਵ ਹੈ, ਅਤੇ ਨਾਲ ਹੀ ਇਹ ਬਹੁਤ ਹਿੰਸਾ ਭਰੀਆਂ ਕਹਾਣੀਆਂ ਵੀ ਹਨ। ਜਾਂ ਤਾਂ ਖੁਦ ਨਿਆਈ ਨੇ ਜਾਂ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਨਿਆਈ ਦੀ ਸਹਾਇਤਾ ਕੀਤੀ ਆਪਣੇ ਦੁਸ਼ਮਣਾਂ ਨੂੰ ਹਰਾ ਕੇ ਇਸਰਾਇਲ ਦੇ ਲੋਕਾਂ ਨੂੰ ਛੁਡਾਇਆ। ਅਗਲੇ 3 ਨਿਆਂਇਆਂ ਦੀਆਂ ਕਹਾਣੀਆਂ ਲੰਬੀਆਂ ਹਨ, ਅਤੇ ਉਹ ਨਿਆਂਇਆਂ ਦੇ ਚਰਿੱਤਰ ਦੀਆਂ ਕਮੀਆਂ ਤੇ ਧਿਆਨ ਕੇਂਦਰਿਤ ਕਰਦੀਆਂ ਹਨ ਜੋ ਲਗਾਤਾਰ ਬਦਤਰ ਹੁੰਦੀਆਂ ਜਾਂਦੀਆਂ ਹਨ। ਗਿਦੋਨ ਦੀ ਸ਼ੁਰੂਆਤ ਬਹੁਤ ਚੰਗੀ ਤਰ੍ਹਾਂ ਹੁੰਦੀ ਹੈ। ਉਹ ਇੱਕ ਡਰਪੋਕ ਆਦਮੀ ਹੈ, ਪਰ ਉਹ ਬਾਅਦ ਵਿੱਚ ਇਸ ਗੱਲ ਤੇ ਭਰੋਸਾ ਕਰਦਾ ਹੈ ਕਿ ਪਰਮੇਸ਼ਵਰ ਉਸ ਦੇ ਦੁਆਰਾ ਇਸਰਾਇਲ ਨੂੰ ਬਚਾ ਸਕਦਾ ਹੈ, ਅਤੇ ਉਹ ਸਿਰਫ 300 ਆਦਮੀਆਂ ਨਾਲ ਜੋ ਮਸ਼ਾਲਾਂ ਅਤੇ ਮਿੱਟੀ ਦੇ ਬਰਤਨ ਲਏ ਹੋਏ ਸਨ, ਮਿਦਿਆਨੀਆਂ ਦੀ ਇੱਕ ਵਿਸ਼ਾਲ ਸੈਨਾ ਹਰਾਉਂਦਾ ਹੈ। ਪਰ ਗਿਦੋਨ ਦਾ ਗੁੱਸਾ ਬਹੁਤ ਬੁਰਾ ਹੈ। ਉਹ ਯੁੱਧ ਵਿੱਚ ਉਸ ਦੀ ਮਦਦ ਨਾ ਕਰਨ ਤੇ ਆਪਣੇ ਸਾਥੀਆਂ ਦੇ ਇੱਕ ਸਮੂਹ ਨੂੰ ਮਾਰ ਸੁੱਟਦਾ ਹੈ, ਅਤੇ ਫਿਰ ਸਭ ਹੇਠਾਂ ਵੱਲ ਜਾਂਦੇ ਹਨ। ਉਹ ਉਸ ਯੁੱਧ ਵਿੱਚ ਜਿੱਤੇ ਗਏ ਸੋਨੇ ਤੋਂ ਇੱਕ ਮੂਰਤੀ ਬਣਾਉਂਦਾ ਹੈ, ਅਤੇ ਫਿਰ ਜਦੋਂ ਉਹ ਮਰ ਜਾਂਦਾ ਹੈ ਅਤੇ ਸਾਰੇ ਇਸਰਾਇਲੀ ਮੂਰਤੀ ਨੂੰ ਪਰਮੇਸ਼ਵਰ ਦੇ ਰੂਪ ਵਿੱਚ ਪੂਜਦੇ ਹਨ, ਅਤੇ ਹੇਠਾਂ ਜਾਣ ਦਾ ਚੱਕਰ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ। ਅਗਲਾ ਮੁੱਖ ਨਿਆਈ ਯਿਫਤਾ ਹੈ, ਜੋ ਪਹਾੜੀਆਂ ਵਿੱਚ ਰਹਿਣ ਵਾਲੇ ਮਾਫੀਆ ਠੱਗ ਦੀ ਤਰ੍ਹਾਂ ਹੈ, ਅਤੇ ਜਦੋਂ ਇਸਰਾਇਲ ਦੀ ਸਥਿਤੀ ਅਸਲ ਵਿੱਚ ਖਰਾਬ ਹੋ ਜਾਂਦੀ ਹੈ ਤਾਂ ਬਜ਼ੁਰਗ ਉਸ ਦੇ ਕੋਲ ਆ ਕੇ ਗਿੜਗਿੜਾਉਂਦੇ ਹਨ। ਯਿਫਤਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਆਗੂ ਸੀ। ਉਸਨੇ ਅਮੋਨੀਆਂ ਦੇ ਵਿਰੁੱਧ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਸਨ, ਪਰ ਉਹ ਇਸਰਾਇਲ ਦੇ ਪਰਮੇਸ਼ਵਰ ਤੋਂ ਇੰਨਾ ਅਣਜਾਣ ਸੀ ਕਿ ਉਹ ਉਸ ਨੂੰ ਇੱਕ ਕਨਾਨੀ ਦੀ ਤਰ੍ਹਾਂ ਹੀ ਸਮਝਦਾ ਸੀ। ਉਹ ਵਾਅਦਾ ਕਰਦਾ ਹੈ ਕਿ ਜੇਕਰ ਉਹ ਯੁੱਧ ਜਿੱਤਦਾ ਹੈ ਤਾਂ ਉਹ ਆਪਣੀ ਧੀ ਨੂੰ ਬਲੀ ਲਈ ਚੜਾ ਦੇਵੇਗਾ। ਇਹ ਦਰਦਨਾਕ ਕਹਾਣੀ ਹੈ। ਇਹ ਦਰਸਾਉਂਦੀ ਹੈ ਕਿ ਇਸਰਾਇਲ ਕਿੰਨਾ ਵਧੇਰੇ ਡਿੱਗ ਚੁੱਕਾ ਸੀ। ਉਹਨਾਂ ਨੂੰ ਆਪਣੇ ਪਰਮੇਸ਼ਵਰ ਦੇ ਚਰਿੱਤਰ ਦੇ ਬਾਰੇ ਕੁਝ ਪਤਾ ਨਹੀਂ ਸੀ,
ਜਿਸ ਦਾ ਸਿੱਟਾ ਹੱਤਿਆ ਅਤੇ ਝੂਠੇ ਦੇਵਤਿਆਂ ਦੀ ਪੂਜਾ ਹੁੰਦਾ ਹੈ। ਅੰਤਿਮ ਨਿਆਈ ਸਮਸ਼ੂਨ ਸੀ, ਜੋ ਹੁਣ ਤੱਕ ਦਾ ਸਭ ਤੋਂ ਖਰਾਬ ਨਿਆਈ ਸੀ। ਉਸ ਦੇ ਜੀਵਨ ਦਾ ਆਰੰਭ ਵਾਅਦਿਆਂ ਨਾਲ ਭਰਪੂਰ ਸੀ, ਪਰ ਉਸ ਨੂੰ ਇਸਰਾਏਲ ਦੇ ਪਰਮੇਸ਼ਵਰ ਦੀ ਕੋਈ ਪਰਵਾਹ ਨਹੀਂ ਸੀ। ਉਹ ਮਸਤਾਨਾ, ਹਿੰਸਕ ਅਤੇ ਹੰਕਾਰੀ ਸੀ। ਉਸਨੇ ਫਿਲਿਸਤੀਆਂ ਤੇ ਜ਼ਰੂਰ ਰਣਨੀਤਿਕ ਅਤੇ ਬੇਰਹਿਮੀ ਨਾਲ ਜਿੱਤਾਂ ਜਿੱਤੀਆਂ, ਪਰ ਆਪਣੀ ਪਵਿੱਤਰਤਾ ਦੇ ਬਦਲੇ, ਅਤੇ ਉਸ ਦਾ ਜੀਵਨ ਸਮੂਹਿਕ ਹੱਤਿਆ ਦੇ ਨਾਲ ਸਮਾਪਤ ਹੋ ਜਾਂਦਾ ਹੈ। ਹੁਣ ਇੱਥੇ ਇੱਕ ਛੋਟੀ ਜਿਹੀ ਟਿੱਪਣੀ ਹੈ। ਕਿਤਾਬ ਦੇ ਮੁੱਖ ਭਾਗ ਵਿੱਚ ਤੁਸੀਂ ਇੱਕ ਵਿਸ਼ੇ ਨੂੰ ਬਾਰ-ਬਾਰ ਦੁਹਰਾਇਆ ਜਾਂਦਾ ਵੇਖੋਗੇ। ਮਹੱਤਵਪੂਰਨ ਪਲਾਂ ਵਿੱਚ ਪਰਮੇਸ਼ਵਰ ਦਾ ਆਤਮਾ ਇਹਨਾਂ ਨਿਆਂਇਆਂ ਨੂੰ ਛੁਟਕਾਰੇ ਦੇ ਵੱਡੇ ਕੰਮ ਨੂੰ ਪੂਰਾ ਕਰਨ ਲਈ ਬਲਵੰਤ ਕਰਦਾ ਹੈ। ਹੁਣ ਪਰਮੇਸ਼ਵਰ ਅਸਲ ਵਿੱਚ ਇਹਨਾਂ ਅਯੋਗ ਲੋਕਾਂ ਦੀ ਵਰਤੋਂ ਕਰਦਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਉਹਨਾਂ ਦੇ ਸਾਰੇ ਫੈਸਲਿਆਂ ਦਾ ਸਤਿਕਾਰ ਕਰਦਾ ਹੈ। ਸਭ ਤੋਂ ਪਹਿਲਾਂ ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਉਣ ਲਈ ਵਚਨਬੱਧ ਹੈ, ਪਰ ਉਸ ਦੇ ਕੋਲ ਇਹੀ ਭ੍ਰਿਸ਼ਟ ਆਗੂ ਹਨ ਅਤੇ ਇਸ ਲਈ ਉਹ ਉਹਨਾਂ ਨਾਲ ਕੰਮ ਕਰਦਾ ਹੈ। ਇਸ ਪੂਰੇ ਭਾਗ ਦੀ ਰਚਨਾ ਇਹ ਦਿਖਾਉਣ ਲਈ ਕੀਤੀ ਗਈ ਹੈ ਕਿ ਹਾਲਾਤ ਕਿੰਨੇ ਬੁਰੇ ਹੋ ਚੁੱਕੇ ਹਨ। ਹੁਣ ਤੁਸੀਂ ਇਸਰਾਏਲੀਆਂ ਤੇ ਕਨਾਨੀਆਂ ਨੂੰ ਵੱਖ ਵੀ ਨਹੀਂ ਦੱਸ ਸਕਦੇ, ਅਤੇ ਇਹ ਤੇ ਸਿਰਫ ਆਗੂ ਹਨ। ਅੰਤਿਮ ਭਾਗ ਵਿੱਚ ਪੂਰੇ ਇਸਰਾਏਲ ਨੂੰ ਸਮੁੱਚੇ ਤੌਰ ਤੇ ਹੇਠਾਂ ਧੱਕੇ ਹੋਏ ਦਿਖਾਇਆ ਗਿਆ ਹੈ। ਇੱਥੇ ਦੋ ਦਰਦਨਾਕ ਕਹਾਣੀਆਂ ਹਨ ਅਤੇ ਇਹ ਕਮਜ਼ੋਰ ਲੋਕਾਂ ਲਈ ਨਹੀਂ ਹੈ। ਇਸ ਨੂੰ ਅੰਨਾ ਮਹੱਤਵਪੂਰਨ ਸਤਰਾਂ ਵਿੱਚ ਦਰਸਾਇਆ ਗਿਆ ਹੈ, ਜੋ ਕਿਤਾਬ ਦੇ ਅੰਤ ਵਿੱਚ 4 ਵਾਰ ਦੁਹਰਾਇਆ ਗਿਆ ਹੈ। ਉਹਨਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ, ਜਿਸ ਨੂੰ ਜੋ ਠੀਕ ਜਾਪਦਾ ਸੀ ਉਹੀ ਕਰਦਾ ਸੀ। ਪਹਿਲੀ ਕਹਾਣੀ ਮੀਕਾ ਨਾਮਕ ਇੱਕ ਇਸਰਾਏਲੀ ਦੇ ਬਾਰੇ ਹੈ, ਜੋ ਇੱਕ ਮੂਰਤੀ ਦੇ ਲਈ ਨਿੱਜੀ ਮੰਦਰ ਬਣਾਉਂਦਾ ਹੈ ਅਤੇ ਇਸ ਨੂੰ ਦਾਨ ਗੋਤ ਦੀ ਸੈਨਾ ਦੁਆਰਾ ਲੁੱਟ ਲਿਆ ਜਾਂਦਾ ਹੈ। ਉਹ ਆਉਂਦੇ ਹਨ ਅਤੇ ਉਹ ਸਭ ਕੁਝ ਚੋਰੀ ਕਰ ਲੈਂਦੇ ਹਨ ਅਤੇ ਫਿਰ ਜਾ ਕੇ ਸ਼ਾਂਤਪੂਰਨ ਸ਼ਹਿਰ ਲਾਈਸ ਨੂੰ ਸਾੜ ਦਿੰਦੇ ਹਨ ਅਤੇ ਇਸ ਦੇ ਸਾਰੇ ਵਾਸੀਆਂ ਦਾ ਕਤਲ ਕਰਦੇ ਹਨ। ਇਹ ਇੱਕ ਭਿਆਨਕ ਕਹਾਣੀ ਹੈ। ਜਦੋਂ ਇਸਰਾਏਲ ਆਪਣੇ ਪਰਮੇਸ਼ਵਰ ਨੂੰ ਭੁੱਲ ਜਾਂਦਾ ਹੈ ਤਾਂ ਸ਼ਾਇਦ ਇਹੀ ਹੁੰਦਾ ਹੈ। ਕਿਤਾਬ ਦੀ ਅੰਤਮ ਕਹਾਣੀ ਹੋਰ ਵੀ ਖਰਾਬ ਹੈ। ਇਹ ਜਿਨਸੀ ਸ਼ੋਸ਼ਣ ਅਤੇ ਹਿੰਸਾ ਦੀ ਇੱਕ ਹੈਰਾਨ ਕਰਨ ਵਾਲੀ ਕਹਾਣੀ ਹੈ, ਜੋ ਇਸਰਾਏਲ ਨੂੰ ਆਪਣੇ ਪਹਿਲੇ ਗ੍ਰਹਿ ਯੁੱਧ ਦੀ ਵੱਲ ਲੈ ਜਾਂਦੀ ਹੈ। ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਹੈ ਅਤੇ ਇਹ ਮੁੱਖ ਗੱਲ ਵੀ ਹੈ। ਇਹ ਕਹਾਣੀਆਂ ਚੇਤਾਵਨੀ ਦੇਣ ਦਾ ਕੰਮ ਕਰਦੀਆਂ ਹਨ। ਇਸਰਾਏਲ ਦਾ ਸਵੈ ਵਿਨਾਸ਼ ਵੱਲ ਜਾਣਾ ਪਰਮੇਸ਼ਵਰ ਤੋਂ ਮੂੰਹ ਮੋੜਨ ਦਾ ਨਤੀਜਾ ਹੈ। ਉਹ ਪਰਮੇਸ਼ਵਰ ਜਿਸ ਨੇ ਉਹਨਾਂ ਨੂੰ ਪਿਆਰ ਕੀਤਾ ਅਤੇ ਮਿਸਰ ਵਿੱਚੋਂ ਗੁਲਾਮੀ ਤੋਂ ਕੱਢਿਆ, ਅਤੇ ਹੁਣ ਇਸਰਾਏਲ ਨੂੰ ਇੱਕ ਵਾਰ ਫਿਰ ਆਪਣੇ ਆਪ ਤੋਂ ਛੁਡਾਏ ਜਾਣ ਦੀ ਜ਼ਰੂਰਤ ਸੀ। ਇਸ ਕਹਾਣੀ ਵਿੱਚ ਆਸ ਦੀ ਇੱਕ ਹੀ ਕਿਰਨ ਕਿਤਾਬ ਦੇ ਆਖਰੀ ਹਿੱਸੇ ਵਿੱਚ ਦੁਹਰਾਈ ਗਈ ਲਾਈਨ ਵਿੱਚ ਮਿਲਦੀ ਹੈ। ਅਸਲ ਵਿੱਚ ਇਹ ਕਹਾਣੀ ਦਾ ਆਖਰੀ ਵਾਕ ਬਣਾਉਂਦਾ ਹੈ। ਇਸਰਾਏਲ ਦਾ ਕੋਈ ਰਾਜਾ ਨਹੀਂ ਸੀ, ਅਤੇ ਇਸ ਪ੍ਰਕਾਰ ਰੂਥ ਦੀ ਕਿਤਾਬ ਰਾਜੇ ਦਾਊਦ ਦੇ ਪਰਿਵਾਰ ਦਾ ਮੂਲ ਦੱਸਣ ਲਈ ਅਤੇ ਨਾਲ ਹੀ ਸ਼ਮੂਏਲ ਦੀ ਕਿਤਾਬ ਮਤਲਬ ਇਸਰਾਏਲ ਵਿੱਚ ਰਾਜਿਆਂ ਦੀ ਸ਼ੁਰੂਆਤ ਦੱਸਣ ਲਈ ਭੂਮਿਕਾ ਬਣਾਉਂਦੀ ਹੈ। ਪਰ ਨਿਆਂਇਆਂ ਦੀ ਕਹਾਣੀ ਵਿੱਚ ਦੁਖਾਂਤ ਦੇ ਰੂਪ ਵਿੱਚ ਸੰਦੇਸ਼ ਹੈ। ਇਹ ਮਨੁੱਖੀ ਸਥਿਤੀ ਦੀ ਗੰਭੀਰ ਵਿਆਖਿਆ ਹੈ ਅਤੇ ਆਖਿਰਕਾਰ ਇਹ ਪਰਮੇਸ਼ਵਰ ਦੀ ਉਸ ਦਇਆ ਵੱਲ ਸੰਕੇਤ ਕਰਦੀ ਹੈ ਕਿ ਉਹ ਇੱਕ ਰਾਜੇ ਨੂੰ ਭੇਜੇ ਜੋ ਆਪਣੇ ਲੋਕਾਂ ਨੂੰ ਬਚਾਵੇ। ਅਤੇ ਨਿਆਂਇਆਂ ਦੀ ਕਿਤਾਬ ਦੇ ਬਾਰੇ ਬਸ ਇੰਨਾ ਹੀ।